ਮਰੀਮ ਨਵਾਜ਼ ਦੀ ਬੜੀ ਮਿਹਰਬਾਨੀ ਜੀ। ਉਸ ਤਰ੍ਹਾਂ ਦੇ ਕਿਸਾਨ ਮਾਰਦੇ ਨੇ, ਚਲੋ ਟਰੈਕਟਰ ਸ਼ਟਰ ਦੇ ਕੇ ਸਾਨੂੰ ਰਾਜੀ ਕਰੀ ਜਾ ਰਹੀ ਹੈ। ਚਲੋ ਅੱਲਾਹ ਤਾਲਾ ਦੀ ਲੰਬੀ ਉਮਰ ਕਰੇ, ਅਸੀਂ ਤੇ ਇਹੀ ਦੁਆ ਕਰ ਸਕਦੇ। ਭਾਈ ਇਹ ਪਾ ਲਾ ਕੇ ਬੱਚਿਆਂ ਦੇ ਜ਼ੇਵਰ ਵੇਚੇ ਆ, ਕੁਛ ਹੋਰ ਵਾਧਾ ਘਾਟਾ ਕੀਤਾ ਤੇ ਮਸਾ ਪੈਸੇ ਜਮ੍ਹਾਂ ਕਰਵਾਏ ਤੇ ਟਰੈਕਟਰ ਲਿੱਤਾ। ਤੇ ਮਿਹਰਬਾਨੀ ਮਰੀਮ ਸਾਹਿਬਾ ਦੀ, ਕੋ 10 ਲੱਖ ਉਹਨਾਂ ਨੇ ਸਬਸਿਡੀ ਦਿੱਤੀ ਹੈ, ਜਿਸ ਵਜ੍ਹਾ ਤੋਂ ਸਾਡੇ ਨਾਲ ਤਾਵਨ ਹੋ ਗਿਆ। ਜਦੋਂ ਸਾਡੇ ਕਿੱਥੇ ਇੰਨੇ ਜੋਗੇ ਕਿ ਅਸੀਂ ਟਰੈਕਟਰ ਖਰੀਦ ਸਕਦੇ। ਸਬਸਿਡੀ 'ਚ ਬੇਸ਼ੱਕ ਭਾਵੇਂ ਟਰੈਕਟਰ ਵੀ ਨਾ ਦਿੰਦੇ, ਖਾਦ ਵੀ ਨਾ ਦਿੰਦੇ, ਲੇਕਿਨ ਫਸਲਾਂ ਦਾ ਰੇਟ ਜਿਹੜਾ ਨਾ ਉਹਨੂੰ ਅੱਛਾ ਕਰਦੇ, ਇੱਕ ਮੈਕਸਿਮਮ ਰੇਟ ਮਿਲਦਾ। ਉਹ ਗੱਲ ਹੈਗੀ ਹੈ ਕਿ ਟਰੈਕਟਰ ਆ ਜਾਂ ਖਾਦ ਦੀ ਆ ਸਬਸਿਡੀ, ਉਹ ਤਾਂ ਚੰਦ ਅਫਰਾਦ ਨੂੰ ਮਿਲਣੀ ਹੈ, ਲੇਕਿਨ ਛੋਟੇ ਕਾਸ਼ਤਕਾਰ ਵੀ ਨੇ ਜਿਹੜੇ, ਉਹਨਾਂ ਨੂੰ ਜਦੋਂ ਰੇਟ ਸਹੀ ਮਿਲੇਗਾ ਹਰ ਘਰ 'ਚ ਖੁਸ਼ਹਾਲੀ ਹੈ। ਮੂੰਜੀ ਦਾ ਰੇਟ ਸੁਪਰ ਦਾ ਹੁਣ ਤਕਰੀਬਨ 52-53 ਅਸੀਂ ਵੇਚੀ ਹੈ। ਸਹੀ ਨਹੀਂ ਰੇਟ? ਨਹੀਂ ਸਹੀ ਮਿਲਿਆ। ਤੋੜਾ ਜਾ ਕੇ ਚਾਵਲ ਦਾ 50 ਕਿਲੋ ਦਾ ਪਤਾ ਕਰ ਲਓ, ਉਹ ਤੁਹਾਨੂੰ ਮਿਲਦਾ ਮਾਰਕੀਟ ਤੋਂ 17-18 ਹਜ਼ਾਰ ਰੁਪਏ ਦਾ। ਉਹਦੀ ਨਿਸਬਤ ਜੇ ਲਾਈਏ ਹਿਸਾਬ ਤਾਂ ਸਾਡੀ ਮੂੰਜੀ ਦਾ 7,000 7,500 ਰੇਟ ਹੋਣਾ ਚਾਹੀਦਾ ਹੈ। अस्सलाम वालेकुम दोस्तों, अपना चैनल ठीक है यूट्यूब चैनल जी खुश आमदीद दोस्तों। अज असीं मौजूद हैं लाहौर ट्रैक्टर मार्केट दे विच। लो जी अल्लाह खैर करे, ग्रीन ट्रैक्टर भाई रियाज को आ गया जी। ਇਹਨੂੰ ਛਾਛੂਤ ਲੱਗੇਗੀ। ਭਾਈ ਉਹਨਾਂ ਨਾਲ ਗੱਲਬਾਤ ਕਰਦੇ हैं कि पेमेंट जमा करा दी है, क्योंकि ਤੁਹਾਨੂੰ ਜਿਵੇਂ ਕਿ ਪਤਾ ਹੈ ਯਾਨੀ ਕਿ ਵਜ਼ੀਰ ਆਲਾ ਪੰਜਾਬ ਨੇ ਮਜ਼ੀਦ ਟਾਈਮ ਦਿੱਤਾ ਸੀ ਜਿਹੜੇ ਜ਼ਿਮੀਂਦਾਰ ਪੇਮੈਂਟ ਨਹੀਂ ਜਮ੍ਹਾਂ ਕਰਵਾ ਸਕੇ। ਇਹਨਾਂ को ਪੁੱਛਦੇ ਇਹਨਾਂ ਨੇ ਕਦੋਂ ਪੇਮੈਂਟ ਜਮ੍ਹਾਂ ਕਰਵਾਈ ਹੈ ਤੇ ਕਿਉਂ ਲਾਇਆ। अस्सलाम वालेकुम जी। वालेकुम सलाम जी। ਭਾਈ ਜਾਨ ਕੀ ਹਾਲ ਜੀ? ਠੀਕ ਠਾਕ ਹੋ? ਅੱਲਾਹ ਪਾਕ ਦਾ ਆਸਾਨ ਹੈ ਜੀ, ਤੁਸੀਂ ਸੁਣਾਓ ਰਾਜੀ ਹੋ? ਬਸ ਸ਼ੁਕਰ ਅੱਲਾਹ ਪਾਕ ਦਾ। ਬਾਕੀ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਈ, ਤੁਹਾਡਾ ਟਰੈਕਟਰ ਨਿਕਲਿਆ। ਖੈਰ ਮੁਬਾਰਕ ਜੀ, ਖੈਰ ਮੁਬਾਰਕ। ਇਹ ਕਿੰਨੇ ਅਪਲਾਈ ਕੀਤਾ ਸੀ? ਅਸੀਂ ਆਪ ਹੀ ਅਪਲਾਈ ਕੀਤਾ ਜੀ। 30 ਲੱਖ ਤੇ 80,000 ਰੁਪਇਆ ਦਿੱਤਾ, ਬਾਕੀ ਪੰਜਾਬ ਗੌਰਮੈਂਟ ਨੇ ਦਿੱਤਾ। ਅਲਹਮਦੁਲਿल्लाह ਅੱਲਾਹ ਪਾਕ ਦਾ ਬੜਾ ਕਰਮ ਹੈ। ਚੌਰੀ ਮੁਹੰਮਦ ਸਦੀਕ ਵਾਲ ਸਫੈਦ ਕਾ ਔਫਕਾ ਨਹੀਂ ਹੈਗੇ ਬਰਕੀ ਵਾਲੀ ਸਾਈਡ ਤੋਂ ਸਾਡਾ ਟਰੈਕਟਰ ਨਿਕਲਿਆ। ਅਸੀਂ ਬੜੇ ਖੁਸ਼ ਹਾਂ। ਤੇ ਭਾਈ ਰਿਆਜ਼ ਉਹਨਾਂ ਕੋਲ ਹੁੱਕ ਲਵਾਈ ਹੈ। ਹੁਣ ਮਾਸ਼ਾਅੱਲਾ ਛਤਰੀਆਂ ਅੰਦਰ ਦੇਖੀਆਂ ਨੇ, ਬੜੀਆਂ ਅੱਛਾ ਨੇ। ਇਹਨਾਂ ਦਾ ਕੰਮ ਬੜਾ ਪਸੰਦ ਆਇਆ ਸਾਨੂੰ। ਅਸੀਂ ਅੱਲਾਹ ਦੇ ਹੁਕਮ ਨਾਲ ਸਭ ਕੁਝ ਕੰਮ ਇਹਨਾਂ ਕੋਲ ਕਰਵਾ ਰਹੇ ਹਾਂ। ਅੱਲਾਹ ਤਾਲਾ ਇਹਨਾਂ ਨੂੰ ਖੁਸ਼ ਰੱਖੇ। ਟਿਕਟੌਕ ਤੇ ਇਹਨਾਂ ਨਾਲ ਸਾਨੂੰ ਮੁਲਾਕਾਤ ਹੋਈ ਹੈ ਥੋੜਾ। ਅਸੀਂ ਲਾਈਵ ਇਹਨਾਂ ਕੋਲ ਆਏ, ਇਹਨਾਂ ਦੇ ਸ਼ੋਰੂਮ ਤੇ ਆਪਣਾ ਕੰਮ ਕਰਵਾ ਰਹੇ ਹਾਂ। ਗੁੱਡ ਹੋ ਗਿਆ। ਅੱਛਾ ਟਿਕਟੌਕ ਤੇ ਭਾਈ ਰਿਆਜ਼ ਦੀਆਂ ਬਹਿੰਦੇ ਰਹੇ ਵੀਡੀਓ ਸ਼ੀਡੀਓ? ਨਹੀਂ ਮਾਸ਼ਾਅੱਲਾ ਹੁਣ ਤਾਂ ਬਿਹਤਰ ਨਜ਼ਰ ਆ ਰਹੇ ਨੇ ਟਿਕਟੌਕ ਦੀ ਨਿਸਬਤ। ਤੇ ਇਹਨਾਂ ਦਾ ਮਾਸ਼ਾਅੱਲਾ ਅਖਲਾਕ ਵੀ ਬੜਾ ਅੱਛਾ ਹੈ। ਚਾਹ ਪਾਣੀ ਇਹਨਾਂ ਨੇ ਸਾਨੂੰ ਪਿਆਇਆ। ਅੱਲਾਹ ਤਾਲਾ ਨੇ ਜ਼ਿੰਦਗੀ ਲੰਮੀ ਕਰੇ। ਹੁਣ ਕੀ ਲਵਾਉਣਾ ਟਰੈਕਟਰ ਨੂੰ? ਹੁਣ ਅਸੀਂ ਹੁੱਕ ਲਵਾਈ ਹੈ, ਛਤਰੀ ਲਵਾਉਣ ਲੱਗੇ ਹਾਂ ਤੇ ਮਾਸ਼ਾਅੱਲਾ ਜਿਵੇਂ ਮੇਰੀਆਂ ਮੁੱਛਾਂ ਨੇ ਤਾਂ ਮੁੱਛਾਂ ਦਾ ਬੰਪਰ ਲਵਾਉਣ ਲੱਗੇ ਹੈਗੇ। ਮਾਸ਼ਾਅੱਲਾ ਅੱਲਾਹ ਖੈਰ ਕਰੇ। ਬਾਕੀ ਭਾਈ ਨੇ ਇਹ ਦੱਸੋ, ਅਜੇ ਤਾਂ ਟਰੈਕਟਰ ਨਿਕਲਿਆ, ਇਹ ਪਹਿਲਾਂ ਹੀ ਨਿਕਲਿਆ ਜਾਂ ਇਸ ਤੋਂ ਪਹਿਲਾਂ ਵੀ ਜਿਹੜਾ 12-13 ਦੀ ਸਕੀਮ ਆਈ? ਨਹੀਂ ਇਹ ਸਾਡਾ ਪਹਿਲਾਂ ਹੀ ਨਿਕਲਿਆ। ਇੱਕ ਦਫਾ 12 ਚ ਨਿਕਲਿਆ ਸੀ ਤੇ ਹੁਣ ਦੁਬਾਰਾ ਨਿਕਲਿਆ। ਅੱਛਾ ਹਾਂਜੀ ਭਾਈ अस्सलाम वालेकुम जी। वालेकुम सलाम। मैं कहा भाई ਤੁਹਾਨੂੰ ਪਹਿਲਾਂ ਬਹੁਤ ਮੁਬਾਰਕ ਹੋਈ, ਤੁਹਾਡਾ ਟਰੈਕਟਰ ਨਿਕਲਿਆ। ਖੈਰ ਮੁਬਾਰਕ। ਇਹ ਆਪਣਾ ਪਹਿਲਾ ਟਰੈਕਟਰ ਜਾਂ ਇਸ ਤੋਂ ਪਹਿਲਾਂ ਵੀ ਤੁਹਾਡੇ ਕੋਈ ਸਕੀਮ 'ਚ ਨਾਂ ਨਿਕਲਿਆ? 12 ਮਾਡਲ ਨਿਕਲਿਆ ਤੇ। ਜੇ 12 'ਚ ਜਿਹੜੀ ਸਕੀਮ ਆਈ? ਹਾਂਜੀ। ਤੇ ਕਿੰਨੇ ਏਕੜ ਸੀ ਆਪਣੀ ਜ਼ਮੀਨ? ਤਕਰੀਬਨ ਹੈ ਕੋਈ 23-24 ਏਕੜ। ਠੀਕ ਹੋ ਗਿਆ। ਤੁਸੀਂ ਅਪਲਾਈ ਕੀ ਤੁਹਾਡੇ ਨਾਮ ਹੀ ਹੈ ਕਿ ਅਵਾਲ ਸਾਹਿਬ ਦੇ ਨਾਮ ਹੈ? ਜਵਾਲ ਸਾਹਿਬ ਦੇ ਨਾਮ। ਅੱਲਾਹ ਖੈਰ ਕਰੇ। ਤੇ ਕਿੱਦਾਂ ਪੇਮੈਂਟ ਜਮ੍ਹਾਂ ਕਰਵਾਈ ਹੈ? ਤਕਰੀਬਨ ਮਹੀਨਾ ਹੋ ਗਿਆ ਪੇਮੈਂਟ ਜਮ੍ਹਾਂ ਕਰਵਾਈ ਨੂੰ। ਮਹੀਨਾ ਹੋ ਗਿਆ? ਕਿਉਂਕਿ ਤੁਹਾਨੂੰ ਪਤਾ ਹੈ ਕਾਫੀ ਜ਼ਿਮੀਂਦਾਰ ਨਾ ਪੇਮੈਂਟ ਨਹੀਂ ਜਮ੍ਹਾਂ ਕਰਵਾ ਸਕੇ। 1 ਦਸੰਬਰ ਤੱਕ ਦਾ ਉਹਨਾਂ ਨੂੰ ਟਾਈਮ ਦੇ ਦਿੱਤਾ ਫੇਰ ਦੁਬਾਰਾ, ਕਿਉਂਕਿ ਤਕਰੀਬਨ 35% ਹੈ ਬੰਦੇ ਜਿਹਨਾਂ ਨੇ ਪੇਮੈਂਟ ਨਹੀਂ ਜਮ੍ਹਾਂ ਕਰਾਈ ਅਜੇ ਤੱਕ। ਕਿਉਂਕਿ ਜ਼ਿਮੀਂਦਾਰ ਤੁਹਾਨੂੰ ਪਤਾ ਹਾਲਾਤ ਹੋ ਜੇ ਨੇ ਮਾਲੀ ਬਸ ਹਾਥੀ ਵਜ੍ਹਾ ਤੋਂ ਅਸੀਂ ਪੇਮੈਂਟ ਕਈ ਜ਼ਿਮੀਂਦਾਰ ਜਿਹੜੇ ਨਹੀਂ ਕਰਵਾ ਸਕੇ। ਹਾਂਜੀ ਇਹ ਵਜ੍ਹਾ ਬਣੀ ਵੀ ਤੁਹਾਨੂੰ ਪਤਾ ਕਾਸ਼ਤਕਾਰੀ ਜ਼ਿਮੀਂਦਾਰ ਤਾਂ ਵਿਚਾਰਾ ਰੋੜ ਰਿਹਾ ਹੈ। ਬਿਲਕੁਲ ਕਿਸੇ ਫਸਲ ਦਾ ਵੀ ਕੋਈ ਰੇਟ ਨਹੀਂ ਮਿਲ ਰਿਹਾ। ਅੱਛਾ ਤੇ ਭਾਈ ਇਸ ਤੋਂ ਪਹਿਲਾਂ ਟਰੈਕਟਰ ਕਿਹੜਾ ਤੁਹਾਡੇ ਕੋਲ? ਹੁਣ 85 ਹੈ ਫਿਲਹਾਲ। ਅੱਛਾ ਉਹ 2 ਹੋ ਗਏ ਨੇ ਟਰੈਕਟਰ? ਹਾਂਜੀ। ਤੇ ਕਿਹੜਾ ਆਪਣਾ ਜ਼ਿਮੀਂਦਾਰਾ ਕਰਦੇ ਹੋ? ਮੂੰਜੀ ਦਾ, ਕਣਕ ਦਾ ਤੇ ਮਕਈ ਦਾ। ਤੇ ਕੀ ਰੇਟ ਮਿਲੀ ਜੇ ਫਿਰ ਮੂੰਜੀ ਦੇ? ਕੀ ਮੂੰਜੀ ਤਕਰੀਬਨ ਕੋਈ 53-5400 ਰੁਪਏ ਸੇਲ ਕੀਤੀ। ਕਿਹੜੀ ਵੈਰਾਈਟੀ ਸੀ? ਸੁਪਰ ਦੇ। ਅੱਛਾ ਰੇਟ ਮਿਲ ਗਿਆ? ਠੀਕ ਕੰਮ। ਮੂੰਜੀ ਵੱਲੋਂ ਖੁਸ਼ ਹੋ? ਖੁਸ਼ ਹੈ ਮੂੰਜੀ ਵੱਲੋਂ। ਤੇ ਗੰਦਮ ਵੱਲੋਂ ਕੀ ਸੂਰਤ ਹਾਲ ਹੈ ਜੀ? ਗੰਦਮ ਦਾ ਤਾਂ ਬੜਾ ਭੈੜਾ ਹਾਲ ਦੇ। ਅੱਗੋਂ ਕੀ ਪ੍ਰੋਗਰਾਮ ਹੈ? ਅੱਗੋਂ ਗੰਦਮ ਫਿਲਹਾਲ ਅਜੇ ਲਾਏ ਨਹੀਂ, ਕਿ ਮਕਈ ਭੇਜੀ ਇਨਸ਼ਾਅੱਲਾ ਮਕਈ ਲਾਵਾਂਗੇ ਦੁਬਾਰਾ। ਗੰਦਮ ਨਹੀਂ ਲਾਣੇ? ਨਹੀਂ ਗੰਦਮ ਨਹੀਂ ਲਾਏ। ਤੇ ਗੰਦਮ ਵਾਲਾ ਵੇਖੋ ਜੀ, ਪਿਛਲੇ ਸਾਲ ਵੀ ਉਸ ਤੋਂ ਪਿਛਲੇ ਸਾਲ ਵੀ ਕਾਫੀ ਨੁਕਸਾਨ ਰਿਹਾ। ਤੇ ਅੱਲਾਹ ਕਰੇ ਕੋਈ ਅੱਛਾ ਰੇਟ। ਅੜਕਾਂ ਤੇ ਆਂਦੇ ਨੇ 3500 ਰੁਪਇਆ ਰੇਟ ਕਰਦਾ ਪ੍ਰਾਈਵੇਟ ਸੈਕਟਰ। ਦੇਖੋ ਫਿਰ ਨੈਕਸਟ ਟਾਈਮ ਦੇਖਾਂਗੇ ਇਨਸ਼ਾਅੱਲਾ। ਹੁਣ ਲਾ ਲਈ ਮਕਈ ਫਿਰ? ਹਾਂਜੀ ਮਕਈ ਇਨਸ਼ਾਅੱਲਾ। ਚਲੋ ਅੱਲਾਹ ਖੈਰ ਕਰੇ। ਬਾਕੀ ਭਾਈ ਰਿਆਜ਼ ਕੋ ਆਏ ਨੇ, ਭਾਈ ਰਿਆਜ਼ ਕੋ ਕੀ ਲਵਾਉਣ ਲੱਗੇ? ਅਸੀਂ ਹੁੱਕ ਲਵਾਈ ਹੈ ਤੇ ਛੱਤ ਲਵਾਣੀ ਹੈ। ਅੱਛਾ। ਤੇ ਉਮੀਦ ਹੈ ਬੰਪਰ ਵੀ ਲਵਾਵਾਂਗੇ ਇਨਸ਼ਾਅੱਲਾ। ਮੁੱਛਾਂ ਵਾਲਾ ਬੰਪਰ? ਆ ਮੁੱਛਾਂ ਵਾਲਾ ਬੰਪਰ ਲਵਾਵਾਂਗੇ। ਚਲੋ ਜੀ ਅੱਲਾਹ ਖੈਰ ਕਰੇ। ਫਿਰ ਆਣੇ ਮੁੱਛਾਂ ਵਾਲਾ ਬਾਕੀ ਭਾਈ ਰਿਆਜ਼ ਨੂੰ ਹੁਣ ਪੁੱਛਦੇ ਆ ਕਿਹੜੀ ਸ਼ੈ ਲਾ ਰਹੇ ਨੇ। ਤੇ ਬਾਕੀ ਹੁਣ ਲੱਗਦੇ ਲੇਟ ਹੋ ਜਾਣਾ ਵਾ, ਕੋਸ਼ਿਸ਼ ਕਰਾਂਗੇ ਅਗਰ ਉਹਦਾ ਵਿੱਚ ਕਲਿੱਪ ਲਾ ਸਕੀਏ। ਭਾਈ ਰਿਆਜ਼ ਬੰਦਿਆਂ ਨੂੰ ਫਿਰ ਕਿਹੜਾ ਡਿਮਾਂਡ ਕੀਤੀ ਤੁਹਾਡੇ ਕੋਲ? ਆਂਦਾ ਜਿਵੇਂ ਮੇਰੀਆਂ ਮੁੱਛਾਂ ਨੇ, ਮੁੱਛਾਂ ਵਾਲਾ ਬੰਪਰ ਲਵਾਉਣਾ ਹੈ। ਅੱਛਾ। ਤੇ ਉਸ ਤੋਂ ਬਾਅਦ ਜਨਾਬ ਛੱਤ ਲਾਣੀ ਹੈ। ਤੇ ਸ਼ਾਮ ਪੈ ਗਈ ਤੇ ਮਾਸ਼ਾਅੱਲਾ
ਸਾਹਮਣੇ ਲੈਣਾ ਲੱਗੀਆਂ ਪਈਆਂ ਨੇ ਟਰੈਕਟਰਾਂ ਦੀਆਂ ਹਾਂ ਗ੍ਰੀਨ ਟਰੈਕਟਰਾਂ ਦੀਆਂ ਜ਼ਿਮੀਂਦਾਰਾਂ ਨੂੰ ਮਿਲਣ ਡੈ ਨੇ। ਚਲੋ ਕਿਸੇ ਨੇ ਕਣਕਾਂ ਬੀਜਣੀਆਂ ਸੀ ਤੇ ਆਪਦਾ ਟਰੈਕਟਰ ਜਾ ਕੇ ਕਣਕਾਂ ਬੀਜ ਲੈਣ ਦੇ, ਕੋਈ ਅੱਗੋਂ ਆਲੂਆਂ ਦੀ ਪਟਾਈ ਸ਼ੁਰੂ ਹੁੰਦੀ ਪਈ, ਕੋਈ ਗੰਨੇ ਦਾ ਸੀਜ਼ਨ ਆਉਂਦਾ ਪਿਆ, ਗੰਨਾ ਮਿਲਦੇ ਥੱਟਣਾ ਹੈ। ਬਿਲਕੁਲ ਤੇ ਮਾਸ਼ਾਅੱਲਾ ਹੁਣ ਕਈ ਬੰਦੇ ਆਂਦੇ ਨੇ ਜੀ ਜਿਹੜਾ ਗ੍ਰੀਨ ਟਰੈਕਟਰ ਇਹਨਾਂ ਦਾ ਹੀ ਸਮਾਨ ਹੌਲਾ ਹੈ। ਕਈ ਬੰਦੇ ਫੋਨ ਕਰਦੇ ਨੇ ਇਹਦੇ 'ਚ ਹੌਲਾ ਸਮਾਨ ਕੋਈ ਨਹੀਂ, ਜੋ ਲਾਲ ਟਰੈਕਟਰ ਨੂੰ ਜੈਨੂਅਨ ਨੂੰ ਸਮਾਨ ਆਉਂਦਾ ਇਹਦੇ 'ਚ ਉਹ ਹੀ ਸਮਾਨ ਹੈ, ਉਹੋ ਹੀ ਪੁਰਦੇ ਨੇ, ਇੱਕ ਵਾਸ਼ਲ ਨਹੀਂ ਘੱਟ ਹੈ। ਜੋ ਲਾਲ ਟਰੈਕਟਰ ਨੂੰ ਸਮਾਨ ਆਉਂਦਾ ਉਹੋ ਹੀ ਗ੍ਰੀਨ ਦੇ ਵਿੱਚ ਹੈ, ਉਹੋ ਹੀ ਟਾਇਰ, ਉਹੋ ਹੀ ਰਿਮ, ਉਹੋ ਹੀ ਹਿੱਸਾ, ਉਹੋ ਹੀ ਇੰਜਣ, ਹਰ ਚੀਜ਼ ਉਹੋ ਹੀ। ਬਿਲਕੁਲ ਜੀ, ਮੈਂ ਇਸ ਗੱਲ ਤੇ ਐਗਰੀ ਹਾਂ। ਭਾਈ ਰਿਆਜ਼ ਨੇ ਜਿਹੜੀ ਗੱਲ ਕੀਤੀ 100% ਸੱਚੀ ਕੀਤੀ। ਅਲਹਮਦੁਲਿਲਾ ਅਸੀਂ ਭਾਈ ਰਿਆਜ਼ ਦੀ ਗੱਲ ਤੇ ਬਿਲਕੁਲ ਐਗਰੀ ਹੈ। ਸੇਮ ਟਰੈਕਟਰ ਜਿਵੇਂ ਰੈੱਡ ਆ ਇਦਾਂ ਹੀ ਇਹ ਹਰਿਆ ਹੈਗਾ, ਇਹ 'ਚ ਕੋਈ ਫਰਕ ਨਹੀਂ ਹੈ। ਇਹ ਭਾਈ ਇਹ ਦੱਸੋ ਕਿਹੜੇ ਹਜ਼ਾਰ ਇਹਦੇ ਮਗਰ ਪਾਏ ਤੁਸੀਂ? 85 ਮਗਰ। ਹਾਂਜੀ 85 ਮਗਰ ਕਿਹੜਾ ਹਜ਼ਾਰ ਪਾਇਆ ਜੇ? ਹਜ਼ਾਰ ਅਸੀਂ ਇਹਦੇ ਮਗਰ ਚੌਰ ਸਾਹਿਬ 13 ਹਾਲੇ ਫਾਲੇ ਪਾਣੇ ਨੇ, ਡਿਸਕਾਂ ਪਾਣੀਆਂ ਨੇ, ਰੂਟਾਵੇਟਰ ਵਾਣਾ, ਆਲੂ ਲਾਣ ਵਾਲੀ ਮਸ਼ੀਨਾਂ ਵੀ ਪਾਣੀਆਂ ਨੇ। 85 ਕਰੋ ਤੋਂ ਇਸਤੇਮਾਲ ਕਰ ਰਹੇ ਹੋ? ਅਸੀਂ ਤਕਰੀਬਨ ਉਹ 10-12 ਸਾਲ ਤੋਂ ਇਸਤੇਮਾਲ ਕਰ ਰਹੇ ਇਸ ਤੋਂ ਪਹਿਲਾਂ ਕਿਹੜਾ ਕੀਤਾ? ਇਸ ਤੋਂ ਅਸੀਂ ਪਹਿਲਾਂ ਇਹ ਕਰਦੇ ਸੀ 85 ਸ਼ੁਰੂ ਤੋਂ ਇਹ ਕੀਤਾ ਰਿਹਾ? ਹਾਂਜੀ। ਹੋਰ ਕੋਈ ਟਰੈਕਟਰ ਨਹੀਂ ਸਮਾਇਆ? ਨਹੀਂ 40 240 ਹੀ ਕਰਦੇ ਰਹੇ, ਉਹ ਭੱਲੇ ਵਕਤਾਂ ਦੀ ਗੱਲ ਹੈ। ਲੇਕਿਨ ਹੁਣ 40 ਦੀ ਤੁਹਾਨੂੰ ਪਤਾ ਮਾਰਕੀਟ ਨਹੀਂ ਰਹੀ, ਇਹ ਸਾਰੇ ਔਜ਼ਾਰ ਵੱਡੇ ਨੇ ਤੇ ਵੱਡੇ 85 ਦਾ ਹੀ ਕੰਮ ਹੈ ਜਿਹੜਾ ਲੈ ਕੇ ਟੁਰਦਾ। ਛੋਟਾ ਤੇ ਵਿਚਾਰਾ ਉਹ ਹੈਗਾ ਤਾਂ ਢੱਗਾ ਸੀਗਾ, ਲੇਕਿਨ ਇਹ ਢੱਗਾ ਹੁਣ ਵਿਚਾਰਾ ਥੱਕ ਗਿਆ ਤੇ ਹੁਣ ਸੰਡੇ ਦਾ ਵਾਰੀ ਆ ਗਈ ਹੈ। ਇਹ ਝੋਟਾ ਟਰੈਕਟਰ ਹੈ, ਤੁਹਾਨੂੰ ਪਤਾ। ਇਹ ਡਿਲੀਵਰੀ ਕਿਹੜੇ ਸ਼ੋਰੂਮ ਤੋਂ ਮਿਲੀ ਤੁਹਾਨੂੰ? ਹਾਂਜੀ ਡਿਲੀਵਰੀ ਕਿਹੜੇ ਸ਼ੋਰੂਮ ਤੋਂ ਮਿਲੀ ਜੇ? ਡਿਲੀਵਰੀ ਸਾਨੂੰ ਮਿਲੀ ਹੈ ਜੀ ਬਾਟੋ ਨਾਲ ਕੋਲੋਂ, ਸਾਹਮਣੇ ਹੈਗਾ। ਤੇ ਸਾਹਮਣੇ ਹੋਏ? ਹਾਂਜੀ, ਮਿਲਤ ਗੇਟ ਦੇ ਨਾਲ ਹੀ ਹੈ, ਇੰਜ ਕਰਕੇ ਉਹਨਾਂ ਕੋਲੋਂ ਮਿਲੀ ਹੈ ਡਿਲੀਵਰੀ। ਅੱਛਾ ਠੀਕ ਹੋ। ਤੇ ਹੁਣ ਇੱਥੋਂ ਚਲਾ ਕੇ ਲਾਹੌਰ ਹੀ ਤੁਹਾਨੂੰ ਜਾਣਾ? ਮੈਂ ਚਲਾ ਕੇ ਮਾਸ਼ਾਅੱਲਾ ਆਪਣੇ ਫਾਰਮ ਤੱਕ ਇਹਨੂੰ ਖੜਾ। ਇਹ ਵਾਲਾ ਸਾਹਿਬ ਲਾਹੌਰ ਦੀ ਜਿੰਨੀ ਡਿਲੀਵਰੀ ਹੈ ਨਾ ਆਪਣੇ ਸ਼ੋਰ ਉਹਦੇ ਸਾਹਮਣੇ ਡਿਲੀਵਰੀ ਹੋਣ ਡਈ। ਅੱਛਾ ਇੱਥੋਂ ਚਲਾ ਕੇ ਖੜਾਂਗੇ। ਤੇ ਬਾਕੀ ਆ ਪਿੱਛੇ ਮਰੀਮ ਨਵਾਜ਼ ਨੂੰ ਕੀ ਕਹਿਣਾ ਚਾਹੋਗੇ? ਤੁਹਾਨੂੰ ਹੁਣ ਤੋਹਫਾ ਦਿੱਤਾ ਹੈ। ਨਹੀਂ, ਮਰੀਮ ਨਵਾਜ਼ ਦੀ ਬੜੀ ਮਿਹਰਬਾਨੀ ਜੀ। ਉਸ ਤਰ੍ਹਾਂ ਦੇ ਕਿਸਾਨ ਮਾਰਦੇ ਨੇ, ਚਲੋ ਟਰੈਕਟਰ ਸ਼ਟਰ ਦੇ ਕੇ ਸਾਨੂੰ ਰਾਜੀ ਕਰੀ ਜਾ ਰਹੀ ਹੈ। ਚਲੋ ਅੱਲਾਹ ਤਾਲਾ ਦੀ ਲੰਬੀ ਉਮਰ ਕਰੇ, ਅਸੀਂ ਤੇ ਇਹੀ ਦੁਆ ਕਰ ਸਕਦੇ। ਹੋਰ ਕੀ ਡਿਮਾਂਡ ਹੈ ਤੁਹਾਡੀ? ਕੋਈ ਦੇਣਾ ਚਾਹੋ ਰਾਏ ਮਰੀਮ ਨਵਾਜ਼? ਡਿਮਾਂਡ ਸਾਡੀ ਸਿਰਫ ਇਹੀ ਹੈ ਕਿ ਸਾਡੀਆਂ ਫਸਲਾਂ ਦਾ ਜਿਹੜਾ ਨਾ ਰੇਟ ਉਹ ਸਹੀ ਕੀਤਾ ਜਾਵੇ, ਹੋਰ ਕੋਈ ਡਿਮਾਂਡ ਨਹੀਂ ਸਾਨੂੰ। ਬੰਦੇ ਕਈ ਆਂਦੇ ਨੇ ਆ ਟਰੈਕਟਰ ਨਹੀਂ ਦੇਣੇ ਚਾਹੀਦੇ, ਸਬਸਿਡੀ ਖਾਦ ਸਬਸਿਡੀ ਦੇਣੀ ਚਾਹੀਦੀ, ਸਬਸਿਡੀ ਤੇ ਖਾਦ ਮਿਲਣੀ ਚਾਹੀਦੀ। ਨਹੀਂ, ਸਬਸਿਡੀ 'ਚ ਬੇਸ਼ੱਕ ਭਾਵੇਂ ਟਰੈਕਟਰ ਵੀ ਨਾ ਦਿੰਦੇ, ਖਾਦ ਵੀ ਨਾ ਦਿੰਦੇ, ਲੇਕਿਨ ਫਸਲਾਂ ਦਾ ਰੇਟ ਜਿਹੜਾ ਨਾ ਉਹਨੂੰ ਅੱਛਾ ਕਰਦੇ, ਇੱਕ ਮੈਕਸਿਮਮ ਰੇਟ ਮਿਲਦਾ, ਉਹ ਗੱਲ ਹੈਗੀ ਹੈ। ਕਿ ਟਰੈਕਟਰ ਆ ਜਾਂ ਖਾਦ ਦੀ ਆ ਸਬਸਿਡੀ, ਉਹ ਤਾਂ ਚੰਦ ਅਫਰਾਦ ਨੂੰ ਮਿਲਣੀ ਹੈ, ਲੇਕਿਨ ਛੋਟੇ ਕਾਸ਼ਤਕਾਰ ਵੀ ਨੇ ਜਿਹੜੇ, ਉਹਨਾਂ ਨੂੰ ਜਦੋਂ ਰੇਟ ਸਹੀ ਮਿਲੇਗਾ ਹਰ ਘਰ 'ਚ ਖੁਸ਼ਹਾਲੀ ਆਏਗੀ, ਹਰ ਘਰ ਦਾ ਯਾਨੀ ਕਿ ਬੱਚਾ ਜਿਹੜਾ ਖੁਸ਼ ਹੋਏਗਾ। ਅਸੀਂ ਨਹੀਂ ਚਾਹੁੰਦੇ ਕਿ ਮਖਸੂਸ ਲੋਕ ਇਹ ਤੋਂ ਫਾਇਦਾ ਚੁੱਕਣਾ, ਅਸੀਂ ਚਾਹੁੰਦੇ ਕਿ ਪੰਜਾਬ ਦਾ ਹਰ ਜ਼ਿਮੀਂਦਾਰ, ਛੋਟੇ ਤੋਂ ਛੋਟਾ ਜਿਹੜਾ ਜ਼ਿਮੀਂਦਾਰ ਹੈ, ਉਹ ਇਹਦਾ ਫਾਇਦਾ ਚੁੱਕੇ। ਬਿਲਕੁਲ। ਬਾਕੀ ਭਾਈ ਜੀ ਤੁਹਾਡਾ ਤੁਸੀਂ ਜਿਵੇਂ ਦੱਸਿਆ ਕਿ ਰੇਟ ਸਾਨੂੰ ਫਸਲ ਦਾ ਅੱਛਾ ਮਿਲਣਾ ਚਾਹੀਦਾ, ਤੁਹਾਡੇ ਖਿਆਲ 'ਚ ਕੀ ਰੇਟ ਹੋਣਾ ਚਾਹੀਦਾ ਮੂੰਜੀ ਦਾ, ਕੀ ਗੰਦਮ ਦਾ ਹੋਣਾ ਚਾਹੀਦਾ, ਜੋ ਤੁਹਾਡੇ ਅਖਰਾਜਾਤ ਨੇ ਤੁਹਾਨੂੰ ਵੀ ਕੁਝ ਬਚ ਸਕੇ, ਕੁਝ ਜ਼ਿਆਦਾ ਵੀ ਨਾ ਹੋਏ? ਹਾਂਜੀ। ਕਿੱਥੇ ਤੁਹਾਡਾ? ਸਾਡਾ ਖਿਆਲ ਹੈ ਵੀ ਗੰਦਮ ਦਾ ਰੇਟ ਜਿਹੜਾ ਨਾ ਉਹ ਕਮ ਸੇ ਕਮ 4500 ਰੁਪਏ ਮਣ ਹੋਣਾ ਚਾਹੀਦਾ। ਇਸ ਤੋਂ ਘੱਟ ਜਿਹੜਾ ਉਹ ਸਰਾਸਰ ਜ਼ਿਮੀਂਦਾਰ ਨਾਲ ਜ਼ਿਆਦਤੀ ਹੈ, ਘਾਟਾ ਪੈ ਰਿਹਾ, ਠੇਕੇ ਬੇਭਾਅ ਹੋ ਗਏ ਨੇ, ਬਿਜਲੀਆਂ ਦੇ ਬਿੱਲ ਬੇਭਾਅ ਨੇ, ਤੁਹਾਨੂੰ ਸਾਰਾ ਹੀ ਪਤਾ। ਬਾਕੀ ਮਾਮਲਾ ਵੀ ਜਿਹੜਾ ਉਹ ਵੀ ਆਉਂਦਾ ਹੀ ਹੈ, ਡੈਰੀ ਮਾੜਾ ਚੰਗਾ ਜਿਹੜਾ ਹੈਗਾ, ਤੇ ਮਜ਼ਦੂਰੀਆਂ ਬੜੀਆਂ ਚੜ ਗਈਆਂ ਨੇ, ਆਹ ਗੱਲ ਹੈਗੀ ਹੈ। ਤੇ ਮੂੰਜੀ ਦਾ ਕਿੱਥੇ ਰੇਟ ਹੋਇਆ? ਜੇ ਮਗਰਲੇ 2 ਸਾਲ ਨੂੰ ਵੇਖਿਆ ਜਾਵੇ ਤੇ 2 ਸਾਲ ਤੋਂ ਜ਼ਿਮੀਂਦਾਰ ਬੜਾ ਰੋੜ ਰਿਹਾ। ਸਾਡੀਆਂ ਧੀਆਂ ਭੈਣਾਂ ਜਵਾਨ ਘਰ ਬੈਠੀਆਂ ਨੇ, ਭਰਾ ਸਾਡੇ ਰਹਿ ਗਏ ਨੇ ਸ਼ਾਦੀਆਂ ਤੋਂ, ਤੇ ਤੁਹਾਨੂੰ ਪਤਾ ਸਾਰਾ ਸਰਮਾਇਆ ਜ਼ਿਮੀਂਦਾਰ ਦਾ ਫਸਲ ਹੁੰਦਾ, ਤੇ ਜਦੋਂ ਫਸਲ ਰੋਲ ਜਾਏ ਤੇ ਸਭ ਕੁਝ ਰੋਲ ਜਾਂਦਾ। ਇੰਜੀ ਗੱਲ ਹੈ ਜੀ। ਤੇ ਮੂੰਜੀ ਦਾ ਕਿੱਥੇ ਰੇਟ ਹੋਣਾ ਚਾਹੀਦਾ? ਮੂੰਜੀ ਦਾ ਰੇਟ ਸੁਪਰ ਦਾ ਹੁਣ ਤਕਰੀਬਨ 52-53 ਨੂੰ ਅਸੀਂ ਵੇਚੀ ਹੈ। ਤੇ ਸਹੀ ਨਹੀਂ ਰੇਟ? ਨਹੀਂ ਸਹੀ ਮਿਲਿਆ। ਤੋੜਾ ਜਾ ਕੇ ਚਾਵਲ ਦਾ 50 ਕਿਲੋ ਦਾ ਪਤਾ ਕਰ ਲਓ, ਉਹ ਤੁਹਾਨੂੰ ਮਿਲਦਾ ਮਾਰਕੀਟ ਤੋਂ 17-18 ਹਜ਼ਾਰ ਰੁਪਏ ਦਾ। ਉਹਦੀ ਨਿਸਬਤ ਜੇ ਲਾਈਏ ਹਿਸਾਬ ਤੇ ਸਾਡੀ ਮੂੰਜੀ ਦਾ 7,000 7,500 ਰੇਟ ਹੋਣਾ ਚਾਹੀਦਾ, ਲੇਕਿਨ ਸਾਨੂੰ 52 ਚੌਲ ਬਣਾ ਕੇ ਵੇਚੋ 5000 ਰੁਪਏ ਲਓ। ਤੁਸੀਂ ਚੌਲ ਬਣਾ ਕੇ ਵੇਚੋ? ਚੌਲ ਬਣਾ ਕੇ ਹੱਥਾਂ ਨਾਲ ਬਣਾ ਕੇ ਤੇ ਵੇਚਣੋਂ ਰਹਿ। ਚੌਰ ਵਾਸਤੇ ਬੜੀ ਸੈਲਰ ਚਾਹੀਦੀ, ਬੜੀ ਮਸ਼ੀਨਰੀ ਚਾਹੀਦੀ ਹੈ, ਅਰਬਾਂ ਰੁਪਏ ਦਾ ਪ੍ਰੋਜੈਕਟ ਲਾਣਾ ਪੈਂਦਾ। ਤੇ ਸਾਡੇ ਕੋਲ ਤਾਂ ਭਾਈ ਆ ਪਾ ਲਾ ਕੇ ਬੱਚਿਆਂ ਦੇ ਜ਼ੇਵਰ ਵੇਚੇ ਆ, ਕੁਛ ਹੋਰ ਵਾਧਾ ਘਾਟਾ ਕੀਤਾ ਤੇ ਮਸਾ ਪੈਸੇ ਜਮ੍ਹਾਂ ਕਰਵਾਏ ਤੇ ਟਰੈਕਟਰ ਲਿੱਤਾ। ਤੇ ਮਿਹਰਬਾਨੀ ਮਰੀਮ ਸਾਹਿਬਾ ਦੀ, ਕੋਈ 10 ਲੱਖ ਉਹਨਾਂ ਨੇ ਸਬਸਿਡੀ ਦਿੱਤੀ ਹੈ, ਜਿਸ ਵਜ੍ਹਾ ਤੋਂ ਸਾਡੇ ਨਾਲ ਤਾਵਨ ਹੋ ਗਿਆ। ਜਦੋਂ ਸਾਡੇ ਕਿਤੇ ਇੰਨੇ ਜੋਗੇ ਕਿ ਅਸੀਂ ਟਰੈਕਟਰ ਖਰੀਦ ਸਕਦੇ। ਆਹੋ ਜੀ, ਵੇਖੋ ਜੀ ਹੁਣ ਤੁਹਾਨੂੰ ਤਾਂ ਮਿਲਿਆ, ਅੱਲਾ ਖਿਆਲ ਕਰੇ, ਲੇਕਿਨ ਕਈ ਜ਼ਿਮੀਂਦਾਰ ਜਿਹੜੇ ਆਂਦੇ ਸਾਨੂੰ ਨਹੀਂ ਮਿਲਿਆ, ਉਹ ਆਂਦੇ ਨੇ ਸਾਨੂੰ ਖਾਦਾਂ ਨੂੰ ਤੇ ਸਬਸਿਡੀ ਮਿਲ ਜੇ। ਤੇ ਹਰ ਬੰਦੇ ਦੇ ਆਪਣੀ ਆਪਣੀ ਓਪੀਨੀਅਨ ਹੈ ਜੀ। ਹਾਂਜੀ, ਇਹ ਵੀ ਹੋਣਾ ਚਾਹੀਦਾ। ਚਲੋ ਕੋਈ ਛੋਟੇ ਜ਼ਿਮੀਂਦਾਰ ਨੂੰ ਖਾਦਾਂ ਖੁਦਾ ਸਬਸਿਡੀ ਮਿਲਣੀ ਚਾਹੀਦੀ, ਲੇਕਿਨ ਬਿਹਤਰ ਤੇ ਇਹ ਹੈ ਫਿਰ ਫਸਲ ਦਾ ਰੇਟ ਠੀਕ ਮਿਲੇ, ਸਾਨੂੰ ਮਾਰਕੀਟ ਠੀਕ ਮਿਲ ਜਾਏ, ਸਾਨੂੰ ਹੋਰ ਕਿਸੇ ਕਿਸਮ ਦਾ ਕੋਈ ਇਤਰਾਜ਼ ਨਹੀਂ। ਵੈਰੀ ਗੁੱਡ। ਓਕੇ ਜੀ, ਅੱਲਾ ਹਾਫਿਜ਼। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਓਕੇ।